मैं तेरी बहुत उਡੀਕ ਕਰਾਂਗੀ। तेरे ਧੋਖੇ ਨੂੰ ਰਜਾਈ ਅੰਦਰ ਟਕਿਆ ਹੈ। ਬਾਹਰ ਮੂੰਹ ਕੱਢਦਾ ਤੇ ਠੰਡਾ ਹੋ ਜਾਂਦਾ। ਪਤਾ ਨਹੀਂ ਲੱਗਦਾ ਕਿਸੇ ਨੂੰ ਕਿੰਨਾ ਸੇਕ ਹੈ ਛਲ ਫਰੇਬ ਦਾ। ਮੈਂ ਖੁਦ ਨੂੰ ਬਹੁਤ ਪਿਆਰੀ ਲੱਗਦੀ ਹਾਂ, ਪਰੀਆਂ ਵਰਗੀ, ਦਿਲ ਛੂਹਣ ਵਾਲੀ, ਪਿਆਰ ਕਰਨ ਵਾਲੀ। ਤੇਰਾ ਦਰਦ ਜ਼ਹਿਰ ਬਣਦਾ ਜਾ ਰਿਹਾ ਹੈ ਤੇ ਹੁਣ ਜ਼ਹਿਰ ਨਾਲ ਘੁਲ ਰਹੀ ਹਾਂ। ਰੋਜ਼ ਚੁੱਪ ਦੇ ਹਨੇਰੇ ਵਿੱਚੋਂ ਨਿਕਲ ਹਰਫਾਂ ਦੀ ਰੌਸ਼ਨੀ ਵਿੱਚ ਪੈਂਦੀ ਹਾਂ। ਮੈਂ ਤੇਰੀ ਬਹੁਤ ਉਡੀਕ ਕਰਾਂਗੀ। ਦੋਸਤੋ, ਵਿਮਨ ਓਰੀਐਂਟਡ ਕੋਈ ਪ੍ਰੋਗਰਾਮ ਕਰਨਾ ਹੋਵੇ ਤੇ ਕੋਟੇਸ਼ਨਸ ਤੁਹਾਨੂੰ ਕਿਤੋਂ ਸਰਚ ਕਰਨੀਆਂ ਪੈਣ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸ਼ਾਇਰੀ ਤਾਂ ਇੱਕ ਔਰਤ ਦੇ ਅੰਦਰ ਹੀ ਚੱਲਦੀ ਰਹਿੰਦੀ ਹੈ, ਇੱਕ ਮੁਕੰਮਲ ਪਰਵਾਹ ਉਸ ਦੇ ਆਪਣੇ ਅੰਦਰ ਹੈ। ਜੀ ਹਾਂ, ਇਸੇ ਕਿਸਮ ਦੀ ਤਾਂ ਹੈ ਖੁਦ ਮਨਦੀਪ ਕੌਰ ਟਾਂਗਰਾ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਿੰਡ ਟਾਂਗਰਾ ਹੈ। ਫੇਮਸ ਐਂਟਰਪ੍ਰੈਨਿਓਰ ਮਨਦੀਪ ਕੌਰ ਟਾਂਗਰਾ ਦੇ ਨਾਮ ਦੇ ਨਾਲ ਇਸ ਖਾਸ ਪਿੰਡ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਯਾਨੀ ਕਿ ਦੂਰ ਦੂਰ ਤੱਕ ਜਾਣਿਆ ਜਾਂਦਾ ਹੈ। ਦਾ ਅਨਮਿਊਟ ਦੇਖ ਰਹੇ ਹੋ ਤੁਸੀਂ, ਮੈਂ ਗੁਰਨੀਤ ਹਾਂ ਤੁਹਾਡੇ ਨਾਲ। ਅਦੀਬ ਅਜ਼ੀਜ਼ ਦੋਸਤੋ, ਅੱਜ ਅਸੀਂ ਤੁਹਾਡੀ ਮੁਲਾਕਾਤ ਫੇਮਸ ਐਂਟਰਪ੍ਰੈਨਿਓਰ ਮਨਦੀਪ ਕੌਰ ਟਾਂਗਰਾ ਹੋਰਾਂ ਦੇ ਨਾਲ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਟਾਂਗਰਾ ਜੋ ਇੱਕ ਅੰਮ੍ਰਿਤਸਰ ਦਾ ਇੱਕ ਟਾਈਨੀ ਵਿਲੇਜ ਹੈ, ਬੜਾ ਨਿੱਕਾ ਜਿਹਾ ਪਿੰਡ ਹੈ, ਉੱਥੇ ਇੱਕ IT ਕੰਪਨੀ, ਇੱਕ ਐਡਾ ਵੱਡਾ ਇੰਪਾਇਰ ਉਹਨਾਂ ਨੇ ਸਥਾਪਿਤ ਕੀਤਾ। ਜਦੋਂ ਲੋਕ ਉਹਨਾਂ 'ਤੇ ਹੱਸਦੇ ਸੀ, ਕਿਸੇ ਨੂੰ ਯਕੀਨ ਨਹੀਂ ਸੀ ਕਿ ਇੱਕ ਫੀਮੇਲ ਹੋਣ ਦੇ ਨਾਤੇ ਇੱਕ ਫੀਮੇਲ ਐਡਾ ਵੱਡਾ ਇੰਪਾਇਰ ਖੜਾ ਕਰ ਸਕਦੀ ਹੈ। PM ਮੋਦੀ, ਈਵਨ ਅਰਵਿੰਦ ਕੇਜਰੀਵਾਲ, ਵੱਡੇ ਵੱਡੇ ਫੇਮਸ ਲੀਡਰਸ, ਉਹਨਾਂ ਨੇ ਬਖੂਬੀ ਵੱਧ ਚੜ੍ਹ ਕੇ ਇਹਨਾਂ ਦੇ ਬਿਜ਼ਨਸ ਮਾਡਲ ਦੀ ਤਾਰੀਫ ਕੀਤੀ। ਰਿਵਰਸ ਮਾਈਗ੍ਰੇਸ਼ਨ ਇੱਕ ਇਸ ਤਰ੍ਹਾਂ ਦਾ ਕਨਸੈਪਟ ਸੀ ਕਿ ਮਨਦੀਪ ਕੌਰ ਟਾਂਗਰਾ ਦੇ ਇਸ ਮਾਡਲ ਨੂੰ ਦੇਖਦਿਆਂ ਹੋਇਆਂ ਬਾਹਰ ਵਸਦੇ, ਵਿਦੇਸ਼ਾਂ 'ਚ ਵਸਦੇ ਬਾਸ਼ਿੰਦਿਆਂ ਨੇ ਇਹ ਠਾਣ ਲਿਆ ਔਰ ਇੰਡੀਆ ਮੁੜ ਉਹ ਵਸੇਬ ਕਰਨ ਲੱਗੇ। ਕੀ ਤੁਸੀਂ ਮਨਦੀਪ ਕੌਰ ਟਾਂਗਰਾ ਨੂੰ ਮਿਲਣਾ ਨਹੀਂ ਚਾਹੋਗੇ? ਯੈਸ, ਯਕੀਨਨ। ਆਓ ਮੇਰੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਫੇਮਸ ਐਂਟਰਪ੍ਰੈਨਿਓਰ ਮਨਦੀਪ ਕੌਰ ਟਾਂਗਰਾ ਦੇ ਨਾਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਟਾਂਗਰਾ। ट्वेल्थ स्टैंडर्ड तक मनदीप कौर टांगरा एक एवरेज स्टूडेंट सन। घर बहुत ज़्यादा आर्थिक तंगी सी। पिता आटा ਚੱਕੀ ਚਲਾਉਂਦੇ ਸਨ। ਮਨਦੀਪ ਨੇ ਜਦੋਂ ਮੈਨੂੰ ਇਹ ਦੱਸਿਆ ਤਾਂ ਮੈਂ ਭਾਵੁਕ ਹੋਏ ਬਿਨਾਂ ਰਹਿ ਨਾ ਸਕੀ। ਉਹਨਾਂ ਦੇ ਅਲਫਾਜ਼ ਸਨ ਕਿ ਅਸੀਂ ਢੇਲੀਆਂ, ਆਨੇ ਇਕੱਠੇ ਕਰ ਕਰਕੇ ਗੁਜ਼ਾਰਾ ਕਰਨ ਵਾਲੇ ਲੋਕ ਹਾਂ। ਆਪਣੇ ਪਿਤਾ ਨੂੰ ਸਖਤ ਕੰਮ ਦੌਰਾਨ ਸੱਟਾਂ ਲੱਗਦਿਆਂ ਦੇਖਣਾ ਮਨਦੀਪ ਲਈ ਆਮ ਜਿਹੀ ਗੱਲ ਸੀ। ਆਟਾ ਚਾਵਲ ਦੀਆਂ ਭਾਰੀ ਬੋਰੀਆਂ ਆਪਣੇ ਮੋਢੇ ਤੇ ਢੋ ਕੇ ਸਾਰਾ ਦਿਨ ਇੱਧਰ ਉੱਧਰ ਕਰਦੇ ਰਹਿਣਾ। ਇੱਥੋਂ ਕੁਝ ਕਰ ਗੁਜ਼ਰਨ ਦੀ ਚਾਹ ਹੋਰ ਮਜ਼ਬੂਤ ਹੁੰਦੀ ਗਈ। ਅੱਜ ਵੀ ਇਹ ਆਟਾ ਚੱਕੀ ਉਸੇ ਤਰ੍ਹਾਂ। ਪਰ ਇਸ ਮੁਕਾਮ ਤੇ ਪਹੁੰਚ ਕੇ ਮਨਦੀਪ ਖੁਸ਼ ਹੈ ਕਿ ਹੁਣ ਹੱਥ ਓਨਾ ਸੌਖਾ ਹੈ ਕਿ ਉਸ ਦੇ ਮਾਪੇ ਜਿੱਥੇ ਚਾਹੇ ਖਰਚ ਕਰ ਸਕਦੇ ਨੇ, ਜੋ ਚਾਹੇ ਖਰੀਦ ਸਕਦੇ ਨੇ। ਮੈਨੂੰ ਬੜੀ ਖੁਸ਼ੀ ਆ ਕਿ ਸ਼ੁਰੂ ਤੋਂ ਹੀ ਮੇਰੇ ਮੰਮੀ ਪਾਪਾ ਬੜੇ ਅਵੇਅਰ ਸੀ। ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸ਼ੌਂਕ ਸੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ, ਅਤੇ ਬੱਚਿਆਂ ਨੂੰ ਹੀ ਮੇਰੇ ਪੇਰੈਂਟਸ ਨੇ ਆਪਣੀ ਪੂਰੀ ਜਾਇਦਾਦ ਸਮਝਿਆ। ਅਤੇ ਲਾਈਫ ਦੇ ਵਿੱਚ ਬਹੁਤ ਰਿਸਕ ਲੈ ਕੇ, ਹਰ ਤਰ੍ਹਾਂ ਦਾ ਰਿਸਕ ਲੈਂਦੇ ਹੋਏ, ਹਰ ਚੀਜ਼ ਆਪਣੀ ਦਾਅ 'ਤੇ ਲਾਉਂਦੇ ਹੋਏ, ਮੈਨੂੰ ਲੱਗਦਾ ਕਿ ਕਿਸੇ ਪੇਰੈਂਟਸ ਨੂੰ ਹੀ ਇੰਨੀ ਸਮਝ ਆ ਜਾਂਦੀ ਹੈ ਬੜੀ ਜਲਦੀ ਕਿ ਜਿਹੜੀ ਐਜੂਕੇਸ਼ਨ ਆ, ਪੜ੍ਹਾਈ ਆ, ਉਹੀ ਇੱਕ ਧੀ ਦਾ ਜਿਹੜਾ ਅਸਲੀ ਗਹਿਣਾ ਵਾ, ਕਿ ਜਿਹਦੇ ਨਾਲ ਕੋਈ ਵੀ ਜ਼ਿੰਦਗੀ 'ਚ ਮੁਸ਼ਕਿਲ ਆ ਜਾਏ ਅਤੇ ਉਹਦਾ ਸਾਹਮਣਾ ਜਿਹੜਾ ਉਹ ਕਰ ਸਕਦੀ ਆ।
ਦੇ ਰਿਲੇਟਿਵ ਨੇ ਕਿਹਾ ਕਿ ਮਤਲਬ ਇਹਦੀ ਜਦੋਂ ਤੁਸੀਂ ਇਹਦੀ ਕਿਸੇ ਵੀ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਓਗੇ ਤੇ ਤੁਹਾਨੂੰ 5 ਸਾਲ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਕੇ ਆਣੀ ਪਏਗੀ। ਤੇ ਮੈਂ ਹੈਰਾਨ ਸੀ ਕਿਉਂਕਿ ਉਦੋਂ ਇਹ ਮੇਰੇ ਪੇਟ ਦੇ ਵਿੱਚ ਹੀ ਸੀ। ਮੈਂ ਸਕੂਲ ਦੇ 1 ਸਾਲ ਦੀ ਹੋਈ, ਮੈਂ ਸਕੂਲ ਪਹੁੰਚ ਗਈ। ਮੈਂ ਪ੍ਰਿੰਸੀਪਲ ਕੋ ਗਈ ਉਸ ਟਾਈਮ ਤੇ ਸੈਂਟ ਫਰਾਂਸਿਸ ਕਨਵੈਂਟ ਸਕੂਲ ਜੰਡਿਆਲਾ ਗੁਰੂ, ਅਜੇ ਸਕੂਲ ਖੁੱਲ੍ਹਿਆ ਹੀ ਸੀ। ਤੇ ਮੈਂ ਜਾ ਕੇ ਉਹ ਪ੍ਰਿੰਸੀਪਲ ਮੈਮ ਨੂੰ ਕਿਹਾ ਕਿ ਮੈਮ ਪਲੀਜ਼ ਕਿੰਨਾ ਮੈਂ ਕਿਸ ਬੱਚੇ ਦੀ ਰਜਿਸਟ੍ਰੇਸ਼ਨ ਕਰਵਾਉਣੀ ਆਂਦੇ, ਕਿਸ ਬੱਚੇ ਦੀ। ਮੈਂ ਇਸ ਨੂੰ ਕੁੱਛੜ ਚੁੱਕਿਆ ਹੋਇਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਸ ਬੱਚੇ ਦੀ। ਉਹ ਹੱਸ ਪਏ ਕਿਉਂਕਿ ਮੈਨੂੰ ਬਹੁਤ ਹੀ ਜ਼ਿਆਦਾ ਚਿੰਤਾ ਸੀ ਕਿ ਜਦੋਂ ਇੱਕ ਪਿੰਡ ਦੇ ਵਿੱਚ ਅਸੀਂ ਰਹਿ ਰਹੇ ਸੀ ਤੇ ਸਾਡੇ ਲਾਗੇ ਕੋਈ ਵੀ ਜਿਹੜਾ ਆ ਸਕੂਲ ਨਹੀਂ ਸੀ ਸਰਕਾਰੀ ਸਕੂਲ ਤੋਂ ਇਲਾਵਾ। ਜਦੋਂ ਮੈਂ ਇਹਦੀ ਐਡਮਿਸ਼ਨ, ਮੈਨੂੰ ਪਤਾ ਸੀ ਕਿ ਬੱਚਾ ਬਹੁਤ ਹੀ ਇੰਟੈਲੀਜੈਂਟ ਹੈ, ਕੁਝ ਵੀ ਲਾਈਫ ਦੇ ਵਿੱਚ ਕਰ ਸਕਦਾ ਹੈ ਤੇ ਅਸੀਂ ਹਰ ਇੱਕ ਚੀਜ਼ ਆਪਣੀ ਦਾਅ 'ਤੇ ਲਾਉਣੀ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਨੂੰ ਕੋਠੀਆਂ ਕਾਰਾਂ ਜਾਂ ਮਕਾਨ ਦੇ ਨਾਲ ਕੋਈ ਵੀ ਲਗਾਵ ਨਹੀਂ ਸੀ। ਅਸੀਂ ਇੱਕ ਪੀੜ੍ਹੀ ਨੂੰ ਅੱਗੇ ਵਧੀਆ ਕਰਨਾ ਚਾਹੁੰਦੇ ਸੀ ਤੇ ਸਾਡੀ ਬੱਚੀ ਨੇ ਵੀ ਬਹੁਤ ਹਿੰਮਤ ਵਿਖਾਈ, ਉਸਨੇ ਬਹੁਤ ਹੀ ਮਿਹਨਤ ਕੀਤੀ। ਉਸਨੇ MBA ਦੀ ਪੜ੍ਹਾਈ ਕੰਪਲੀਟ ਕੀਤੀ। ਉਸ ਪੜ੍ਹਾਈ ਤੋਂ ਦੇ ਦੌਰਾਨ ਹੀ ਉਸ ਦੀ ਜਿਹੜੀ ਆ ਮਤਲਬ ਅਲਫਾ 1 ਦੇ ਵਿੱਚ ਹਾਈਪਰ ਸਿਟੀ ਦੇ ਵਿੱਚ ਪਹਿਲਾਂ ਜੌਬ ਲੱਗੀ, ਫਿਰ ਇੱਕ ਪ੍ਰਾਈਮਾ ਗੋਲਡ ਦੀ ਕੰਪਨੀ ਸੀ, ਫਿਰ ਦੁਬਾਰਾ ਉਹਨੂੰ ਉਸ ਦੇ ਵਿੱਚ ਜੌਬ ਮਿਲੀ। ਜਦੋਂ ਕਿ ਬੱਚੇ ਬਾਹਰ ਦੂਰ ਨੋਇਡਾ ਜਾਂ ਗੁੜਗਾਉਂ ਵਗੈਰਾ ਇੰਨੀਆਂ ਮਹਿੰਗੀਆਂ ਜੌਬ ਕਰਨ ਜਾਂਦੇ, ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਆ, ਉਦੋਂ ਹੀ ਉਹ 50,000 ਦੀ ਉਹ ਜੌਬ ਉੱਥੇ ਕਰ ਰਹੇ ਸੀ। ਉਸ ਸਟੱਡੀ ਦੇ ਦੌਰਾਨ ਹਾਂ ਉਹਨਾਂ ਨੂੰ ਬਹੁਤ ਹੀ ਮਿਹਨਤ ਕਰਨੀ ਪਈ ਆ, ਸਾਨੂੰ ਵੀ ਬਹੁਤ ਸਫ਼ਰ ਕਰਨਾ ਪਿਆ ਆ, ਜਿਵੇਂ ਬੱਸਾਂ ਦੇ ਕਿਰਾਏ ਨੂੰ ਲੈ ਕੇ, ਫੀਸ ਨੂੰ ਲੈ ਕੇ ਜਾਂ ਕਿਸ ਤਰ੍ਹਾਂ, ਪਰ ਅਸੀਂ ਹਰ ਤਰ੍ਹਾਂ ਦੇ ਨਾਲ ਇਹ ਚਾਹੁੰਦੇ ਸੀ ਕਿ ਆਪਣੀ ਇਹ ਸਟੱਡੀ ਨੂੰ ਮੁਕੰਮਲ ਕਰੇ। ਤੇ ਅੱਜ ਮੈਨੂੰ ਮਾਣ ਆ ਕਿ ਉਸ ਬੱਚੀ ਨੇ ਜੋ ਸਾਡੇ ਸੁਪਨੇ ਸੀ, ਜੋ ਸਾਡੇ ਮਤਲਬ ਅਸੀਂ ਖੁਦ ਆਪਣੇ ਲਈ ਦੇਖੇ ਹੋਏ ਸੀ, ਅਸੀਂ ਉਹਨਾਂ ਦੇ ਰਾਹੀਂ ਆਪਣੇ ਸੁਪਨੇ ਜਿਹੜੇ ਪੂਰੇ ਹੁੰਦੇ ਦੇਖੇ ਆ। ਕਾਲਜ ਜੁਆਇਨ ਕਰਨ ਵੇਲੇ ਮਨਦੀਪ ਨੇ ਠਾਣ ਲਿਆ ਸੀ ਕਿ ਹੁਣ ਕਲਾਸ ਵਿੱਚੋਂ ਸਿਰਫ ਤੇ ਸਿਰਫ ਫਸਟ ਹੀ ਆਉਣਾ ਹੈ ਤੇ ਇਸ ਤਰ੍ਹਾਂ ਹੋਇਆ ਵੀ। ਜਜ਼ਬੇ ਤੇ ਜਨੂਨ ਦੀ ਹੱਦ ਇੰਨੀ ਜ਼ਿਆਦਾ ਸੀ ਕਿ ਮਨਦੀਪ ਫਸਟ ਆਉਂਦੇ ਤਾਂ ਰਹੇ, ਪਰ ਜੋ ਸੈਕਿੰਡ ਔਰ ਥਰਡ ਪੋਜੀਸ਼ਨ ਤੇ ਸਟੂਡੈਂਟਸ ਹੁੰਦੇ ਸੀ ਉਹਨਾਂ ਨਾਲੋਂ ਮਨਦੀਪ ਦਾ ਮਾਰਜਨ ਮਾਰਕਸ ਦਾ ਬਹੁਤ ਜ਼ਿਆਦਾ ਹੋਇਆ ਕਰਦਾ ਸੀ। ਸੋ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਰੀਜ਼ਨਸ ਰਹੇ ਜਦੋਂ ਮਨਦੀਪ ਮੈਂਟਲ ਪ੍ਰੈਸ਼ਰ ਵਿੱਚ ਰਹੇ। ਸਭ ਤੋਂ ਵੱਡਾ ਰੀਜ਼ਨ ਤਾਂ ਇਹੀ ਸੀ ਕਿ ਫੀਸ ਪੂਰੀ ਨਹੀਂ ਸੀ ਦਿੱਤੀ ਜਾਂਦੀ। ਜਦੋਂ DMC ਮਿਲਣਾ ਹੁੰਦਾ ਸੀ ਉਹ ਲੇਟ ਇਸੇ ਕਰਕੇ ਹੁੰਦਾ ਸੀ ਕਿਉਂਕਿ ਫੀਸ ਪੂਰੀ ਜਮ੍ਹਾਂ ਨਹੀਂ ਸੀ ਕਰਾਈ ਹੁੰਦੀ। ਔਰ ਹਾਲਾਂਕਿ ਯੂਨੀਵਰਸਿਟੀ ਦੀਆਂ, ਕਿਉਂਕਿ LPU ਦੇ ਵਿੱਚ ਅੱਗੋਂ ਐਡਮਿਸ਼ਨ ਮਿਲ ਗਈ ਸੀ, ਯੂਨੀਵਰਸਿਟੀ ਦੀਆਂ ਬੱਸਿਸ ਅਵੇਲੇਬਲ ਸਨ ਔਰ ਉਹਨਾਂ ਬੱਸਿਸ ਵਿੱਚ ਮਨਦੀਪ ਜਾ ਨਹੀਂ ਸਨ ਸਕਦੇ ਕਿਉਂਕਿ ਫੀਸ ਇੱਕੋ ਵਾਰ ਜਮ੍ਹਾਂ ਕਰਾਉਣੀ ਪੈਂਦੀ ਸੀ ਤੇ ਇਹਨਾਂ ਨੂੰ ਇੱਕ ਦਿਨ ਦੇ 40 ਰੁਪਏ ਖਰਚ ਕਰਨੇ ਜ਼ਿਆਦਾ ਆਸਾਨ ਲੱਗਿਆ ਕਰਦੇ ਸਨ। ਸੋ ਕਦੇ ਬੱਸ ਵਿੱਚ ਅਪ ਡਾਊਨ ਕਰਨਾ ਜੋ ਪ੍ਰਾਈਵੇਟ ਬੱਸ ਹੁੰਦੀ ਹੈ ਜਾਂ ਟ੍ਰੇਨ ਦੇ ਵਿੱਚ ਕਿ ਪੈਸੇ ਬਚਾਏ ਜਾ ਸਕਣ। ਔਰ ਸਿਰਫ ਟੌਪਰ ਰਹਿਣ ਦਾ ਇਹੀ ਰੀਜ਼ਨ ਇਹਨਾਂ ਕੋਲ ਇੱਕ ਸਟਰੋਂਗ ਪੁਆਇੰਟ ਹੁੰਦਾ ਸੀ ਕਿ ਕੋਈ ਟੀਚਰ ਜਾਂ ਕੋਈ ਹੋਰ ਉਂਗਲੀ ਨਾ ਉਠਾ ਸਕੇ ਕਿ ਐਟਲੀਸਟ ਇਹ ਟੌਪਰ ਨੇ, ਇਹਨਾਂ ਨੂੰ ਕੁਝ ਨਾ ਕਿਹਾ ਜਾਵੇ। ਸੋ ਇੰਨੇ ਮੈਂਟਲ ਪ੍ਰੈਸ਼ਰ ਦੇ ਵਿੱਚ ਰਹਿ ਕੇ ਫਸਟ ਪੋਜੀਸ਼ਨ 'ਤੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਉਹਨਾਂ ਸਾਰੇ ਸਟੂਡੈਂਟਸ ਵਾਸਤੇ ਮਨਦੀਪ ਇੱਕ ਐਗਜ਼ਾਮਪਲ ਨੇ ਜਿਨ੍ਹਾਂ ਕੋਲ ਸਾਰੇ ਰਿਸੋਰਸਿਸ ਹੁੰਦੇ ਹੈ, ਪੈਸੇ ਹੁੰਦੇ ਹੈ, ਉਹ ਕੁਝ ਵੀ ਕਰ ਸਕਦੇ ਹੈ ਪਰ ਫਿਰ ਵੀ ਉਹ ਪੜ੍ਹਦੇ ਨਹੀਂ, ਮਾਰਕਸ ਨਹੀਂ ਲੈਂਦੇ। ਇੱਕ ਜਿਉਂਦੀ ਜਾਗਦੀ ਐਗਜ਼ਾਮਪਲ ਮਨਦੀਪ ਕੌਰ ਤਾਂਗਰਾ ਨੇ ਸੈੱਟ ਕੀਤੀ ਹੈ। ਯੂਨੀਵਰਸਿਟੀ ਟੌਪਰ ਹੋ ਕੇ ਨਿਕਲੀ ਮਨਦੀਪ ਦਾ ਹੁਣ ਅਸਲ ਇਮਤਿਹਾਨ ਦਾ ਵਕਤ ਸੀ। ਹੁਣ ਪਲੇਸਮੈਂਟ ਕੰਪਨੀਆਂ ਆਈਆਂ, ਮਨਦੀਪ ਨੂੰ ਜੌਬ ਮਿਲ ਗਈ। ਇੱਕ ਜੁਐਲਰੀ ਬ੍ਰਾਂਡ ਵਿੱਚ ਸੇਲਸ ਹੈਡ ਦੀ ਜੌਬ ਤੇ ਮਨਦੀਪ ਦੇ ਕਲਾਇੰਟ ਨਵਜੋਤ ਸਿੰਘ ਸਿੱਧੂ ਵੀ ਰਹੇ। ਦੋਸਤੋ ਮਨਦੀਪ ਵਿੱਚ ਬਹੁਤ ਜ਼ਿਆਦਾ ਕੈਲੀਬਰ ਸੀ, ਈਵਨ ਹੁਣ ਵੀ ਹੈ। ਜਦੋਂ ਇਹ ਜੌਬ ਕਰਦੇ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਵੱਡੇ ਬ੍ਰਾਂਡਸ ਵਿੱਚ ਜੌਬ ਕਰਨਾ ਯਾਨੀ ਕਿ ਇੱਕ ਮਰਸੀਡੀਜ਼ ਕੰਪਨੀ ਵਿੱਚ ਕੰਮ ਕਰਨਾ, ਇਸ ਦਾ ਮਤਲਬ ਹੈ ਕਿ ਤੁਸੀਂ ਮਹੀਨੇ 'ਚ ਇੱਕ ਮਰਸੀਡੀਜ਼ ਵੇਚ ਦਿੱਤੀ ਹੈ, ਯਾਨੀ ਕਿ ਤੁਹਾਡਾ
ਟਾਰਗੇਟ ਪੂਰਾ ਹੋ ਗਿਆ ਹੈ ਤੇ ਹੁਣ ਤੁਸੀਂ ਇੱਕ ਅੱਛੀ ਖਾਸੀ ਤਨਖਾਹ ਲੈ ਸਕਦੇ ਹੋ, ਐਲੀਟ ਕਲਾਸ ਜੌਬ ਤੇ ਸਾਰੀਆਂ ਸਰਵਿਸਿਜ਼ ਇੰਜੋਏ ਕਰ ਸਕਦੇ ਹੋ। ਪਰ ਇਹਨਾਂ ਨੂੰ ਲੱਗਿਆ ਕਿ ਇਹਨਾਂ ਦੇ ਕੈਲੀਬਰ ਦੇ ਨਾਲੋਂ ਇਹਨਾਂ ਤੋਂ ਕੰਮ ਜਿਹੜਾ ਹੈ ਉਹ ਘੱਟ ਕਰਾਇਆ ਜਾ ਰਿਹਾ ਹੈ। ਕਿ ਤੁਸੀਂ ਇਹ ਗੱਲ ਕਿਸੇ ਦੇ ਮੂੰਹੋਂ ਸੁਣੀ ਹੈ? ਮੈਂ ਤਾਂ ਹੁਣ ਤੱਕ ਨਹੀਂ ਸੁਣੀ। ਸੋ ਇਹਨਾਂ ਨੇ ਸੋਚਿਆ ਕਿ ਕਿਸੇ ਬ੍ਰਾਂਡ ਨੂੰ ਖੜਾ ਕਰਨ ਦੇ ਨਾਲੋਂ, ਕਿਸੇ ਕੰਪਨੀ ਦੇ ਵਿੱਚ ਕੰਮ ਕਰਨ ਨਾਲੋਂ ਕਿਉਂ ਨਾ ਆਪਣੀ ਹੀ ਕੰਪਨੀ ਬਣਾ ਲਈ ਜਾਵੇ, ਆਪਣਾ ਹੀ ਇੱਕ ਬ੍ਰਾਂਡ ਸੈਟਲ ਕਰ ਲਿਆ ਜਾਵੇ। ਸੋ ਇੱਥੋਂ ਦਰਅਸਲ ਇਸ ਜਰਨੀ ਦਾ ਆਗਾਜ਼ ਹੁੰਦਾ ਹੈ ਜੋ ਵੱਧਦੀ ਹੀ ਚਲੀ ਗਈ ਤੇ ਅੱਜ ਸਿੰਬਾ ਕਾਟ ਇੱਕ ਫੇਮਸ ਬ੍ਰਾਂਡ ਹੈ। ਸਾਡਾ ਜਿਹੜਾ ਕਨਸੈਪਟ ਆ ਉਹ ਵਾਈਟ ਕਾਲਰ ਜੌਬਸ ਕਨਸੈਪਟ ਆ। ਨਾਰਮਲੀ ਪਿੰਡਾਂ ਦੇ ਵਿੱਚ ਐਸੀਆਂ ਇੰਡਸਟਰੀਜ਼ ਜਿਹੜੀਆਂ ਉਹ ਨਹੀਂ ਹੁੰਦੀਆਂ ਕਿ ਜਿੱਥੇ ਬੱਚੇ ਜਿਹੜੇ ਆ ਉਹ 20-30,000 ਜਾਂ 50,000 ਤੱਕ ਦੀ ਜੌਬ ਜਿਹੜੀ ਆ ਉਹ ਕਰ ਸਕਦੇ ਆ। ਅਕਸਰ ਹੀ ਉਹਨਾਂ ਨੂੰ ਸ਼ਹਿਰਾਂ ਵੱਲ ਜਿਹੜਾ ਉਹ ਜਾਣਾ ਪੈਂਦਾ। ਈਵਨ ਕਿ ਆਪਣਾ ਕਲਚਰ ਜਿਹੜਾ ਪਿੰਡ ਦੇ ਵਿੱਚ ਉਹਨਾਂ ਨੇ ਕਲਚਰ ਹੁੰਦਾ ਹੈ ਉਹਨੂੰ ਵੀ ਉਹਨਾਂ ਨੂੰ ਛੱਡਣਾ ਪੈਂਦਾ ਹੈ ਕਈ ਵਾਰ, ਕਿਉਂਕਿ ਉਹ ਸ਼ਹਿਰ ਦੇ ਬੱਚਿਆਂ ਨਾਲ ਮੈਚ ਕਰਨਾ ਚਾਹੁੰਦੇ ਆ। ਸੋ ਸਾਡਾ ਜਿਹੜਾ ਕਨਸੈਪਟ ਆ IT ਕੰਪਨੀ ਇੱਕ ਪਿੰਡ ਵਿੱਚ ਖੋਲ੍ਹਣ ਦਾ, ਇਹਦਾ ਇਹੀ ਮਕਸਦ ਆ ਕਿ ਪਿੰਡ ਦੇ ਵਿੱਚੋਂ ਹੀ ਬੱਚਾ ਜਿਹੜਾ ਉਹ ਤੁਰ ਕੇ ਜਿਹੜਾ ਉਹ ਕੰਪਨੀ ਤੱਕ ਆਵੇ ਤੇ ਉਹ ਇੱਕ ਅੱਛੀ ਜੌਬ ਕਰ ਸਕੇ, ਅੱਛੇ ਪੈਸੇ ਕਮਾ ਸਕੇ ਤੇ ਆਪਣੀ ਜਿਹੜੀ ਖੁਦ ਦੀ ਜ਼ਿੰਦਗੀ ਤੇ ਬਦਲੇ ਕਿ ਨਾਲ ਆਪਣੀ ਫੈਮਿਲੀ ਦੀ ਜ਼ਿੰਦਗੀ ਵੀ ਜਿਹੜੀ ਉਹ ਬਦਲ ਸਕੇ, ਜਿਹੜਾ ਕਿ ਵੈਸੇ ਉਹਨੂੰ ਆਪਣਾ ਪਿੰਡ, ਆਪਣਾ ਦੇਸ਼ ਛੱਡ ਕੇ ਉਹਦੇ ਸੁਪਨੇ ਪੂਰੇ ਹੁੰਦੇ ਨੇ। ਸੋ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਦੇ ਜਿਹੜੇ ਸੁਪਨੇ ਆ ਉਹ ਪਿੰਡਾਂ ਦੇ ਵਿੱਚ ਹੀ ਪੂਰੇ ਹੋ ਸਕਣ। ਸਾਡਾ ਜਿਹੜਾ ਕਨਸੈਪਟ ਆ ਉਹ ਰੂਰਲ ਟੂ ਗਲੋਬਲ ਆ। ਅਸੀਂ ਪਿੰਡ ਦੇ ਵਿੱਚ ਰਹਿ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਗਲੋਬਲ ਸਰਵਿਸਿਜ਼ ਅਸੀਂ ਦਈਏ। ਸਾਡੀ ਹੀ ਜਿਹੜੀ ਕਮਿਊਨਿਟੀ ਜਾਂ ਅਦਰਵਾਈਜ਼ ਵੀ ਜਿਹੜੇ ਲੋਕ ਦੂਸਰੇ ਸ਼ਹਿਰਾਂ ਦੇ ਵਿੱਚ, ਦੂਸਰੇ ਕੰਟਰੀਜ਼ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਅਸੀਂ ਇੰਟਰਨੈਟ ਦੇ ਜ਼ਰੀਏ ਸਰਵਿਸ ਦੇਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਅਸੀਂ ਇੱਕ ਪੇਂਡੂ ਬੈਕਗ੍ਰਾਉਂਡ ਨੂੰ ਬਿਲੋਂਗ ਕਰਦੇ ਹਾਂ। ਮੋਸਟ ਆਫ ਦੀ ਕੰਪਨੀ ਦੀ ਇਹ ਪਾਲਿਸੀ ਆ ਕਿ ਘੱਟ ਤੋਂ ਘੱਟ 50% ਜਿਹੜੇ ਲੋਕ ਆ ਉਹ ਪਿੰਡਾਂ ਦੇ ਵਿੱਚੋਂ ਹੋਣ, ਜਿਹੜੇ ਸਾਡੇ EMPLOYEES ਆ। ਤਾਂ ਹੀ ਸਾਡਾ ਪਿੰਡ ਵਿੱਚ ਕੰਪਨੀ ਖੋਲ੍ਹਣ ਦਾ ਫਾਇਦਾ ਹੈ ਕਿ ਜੇ ਅਸੀਂ ਆਪਣੇ ਖੇਤਰ ਦੇ ਲੋਕਾਂ ਨੂੰ ਜਿਹੜੀ ਆ ਜੌਬ ਦਈਏ। ਸੋ ਕੰਪਨੀ ਪਾਲਿਸੀ ਦੇ ਅੰਡਰ ਸਾਨੂੰ 50% ਜਿਹੜੇ ਬੱਚੇ ਆ ਉਹ ਆਪਣੇ ਪਿੰਡਾਂ ਤੋਂ ਹੀ ਜਿਹੜੇ ਅਸੀਂ ਲੈਣ ਦਾ ਨਿਸ਼ਚੈ ਕੀਤਾ ਹੈ। ਸੋ ਇਹਨੂੰ ਮੈਚ ਕਰਨ ਲਈ, ਗਲੋਬਲ ਸਟੈਂਡਰਡਸ ਨੂੰ, ਕੁਆਲਿਟੀ ਨੂੰ ਮੈਚ ਕਰਨ ਲਈ ਅਸੀਂ ਖਾਸ ਇਨਵੈਸਟਮੈਂਟ ਜਿਹੜੀ ਆ ਉਹ ਟ੍ਰੇਨਿੰਗ ਐਂਡ ਡਿਵੈਲਪਮੈਂਟ 'ਤੇ ਲਗਾਉਂਦੇ ਆ। ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਬਹੁਤ ਨੋਮੀਨਲ ਫੀਸ ਜਾਂ ਫਿਰ ਜਿਹੜੇ ਬੱਚੇ ਬੜੇ ਪਰਫਾਰਮਿੰਗ ਨੇ, ਉਹਨਾਂ ਨੇ ਆਪਣੇ ਸਕੂਲਾਂ ਕਾਲਜਿਸ 'ਚ ਅੱਛਾ ਕੀਤਾ ਹੈ ਤੇ ਉਹਨਾਂ ਨੂੰ ਬਿਲਕੁਲ ਮੁਫਤ ਵੀ ਜਿਹੜਾ ਅਸੀਂ ਡਿਫਰੈਂਟ ਕੋਰਸਿਸ ਸਾਲ ਦੇ ਵਿੱਚ ਕਰਵਾਉਂਦੇ ਆ, ਉਹਨਾਂ 'ਤੇ ਇਨਵੈਸਟ ਕਰਦੇ ਹਾਂ। ਤੇ ਜਿਹੜੇ ਬੱਚਿਆਂ ਨੂੰ ਇੱਥੇ ਅਸੀਂ ਜੌਬ ਵੀ ਦਿੰਦੇ ਹਾਂ ਸਟਾਰਟਿੰਗ ਦੇ ਵਿੱਚ, ਉਹਨਾਂ 'ਤੇ ਵੀ ਬਹੁਤ ਮਿਹਨਤ ਕਰਦੇ ਹਾਂ। ਸੋ ਕੁੱਲ ਮਿਲਾ ਕੇ ਜੇ ਮੈਂ ਕਹਾਂ ਤੇ ਸਾਡੀ ਕੰਪਨੀ ਜਿਹੜੀ ਆ ਉਹ ਟ੍ਰੇਨਿੰਗ ਐਂਡ ਡਿਵੈਲਪਮੈਂਟ 'ਤੇ ਬਹੁਤ ਫੋਕਸ ਕਰਦੀ ਆ। ਈਵਨ ਕਮਿਊਨੀਕੇਸ਼ਨ ਸਕਿੱਲਸ, ਜੇ ਅਸੀਂ ਇੰਗਲਿਸ਼ ਦੀ ਗੱਲ ਕਰੀਏ, ਬਹੁਤ ਸਾਰੇ ਬੱਚਿਆਂ ਨੇ ਉਹਦੇ 'ਤੇ ਇੰਪਰੂਵ ਕਰਕੇ ਦਿਖਾਇਆ ਹੈ। ਆਉਂਦੇ ਹੀ ਜਿਵੇਂ ਕਿ ਸਾਡੀ ਕੰਪਨੀ ਨੂੰ ਕੋਈ ਜੁਆਇਨ ਕਰਦਾ, ਸਪੈਸ਼ਲੀ ਸਾਡੇ ਪਿੰਡਾਂ ਦੇ ਖੇਤਰ 'ਚੋਂ, ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਅੱਛੀ ਕੰਪਿਊਟਰ ਦੇ ਵਿੱਚ ਤੇ ਇੰਗਲਿਸ਼ ਦੋਨਾਂ ਦੇ ਵਿੱਚ ਹੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ, ਤਾਂ ਕਿ 2-3 ਸਾਲਾਂ ਬਾਅਦ ਉਹ ਅਜਿਹੇ EMPLOYEES ਬਣ ਜਾਣ, ਅਜਿਹੇ
ਕੰਪਨੀ ਦੇ ਟੀਮ ਮੈਂਬਰਸ ਬਣ ਜਾਣ ਕਿ ਜਿਹੜੇ ਇੱਕ ਅੱਛੀ ਤਨਖਾਹ ਜਿਹੜੀ ਆ ਉਹ ਲੈ ਸਕਣ। ਮਨਦੀਪ ਦੇ ਹਸਬੈਂਡ ਨੂੰ ਉਹਨਾਂ ਦੇ ਬ੍ਰਦਰ ਵੱਲੋਂ ਇੱਕ ਸ਼ੇਰ ਦਾ ਸਟੈਚੂ ਗਿਫਟ ਕੀਤਾ ਗਿਆ, ਜਿੱਥੋਂ ਇਹ ਨਾਮ ਸਿੰਬਾ ਦਿਮਾਗ ਦੇ ਵਿੱਚ ਆਇਆ। 2012 'ਚ ਇੱਕ ਈ-ਕਾਮਰਸ ਵੈਂਚਰ ਸਿੰਬਾ ਕਾਰਟ ਦੇ ਨਾਮ ਨਾਲ ਲਾਂਚ ਕੀਤਾ ਗਿਆ। ਤਾਂਗਰਾ ਵਰਗੇ ਨਿੱਕੇ ਜਿਹੇ ਪਿੰਡ ਵਿੱਚ ਅੱਜ ਵੀ ਜਿੱਥੇ ਕੋਈ ਅੰਗਰੇਜ਼ੀ ਅਖਬਾਰ ਤੱਕ ਨਹੀਂ ਆਉਂਦਾ, ਉੱਥੇ 10 ਸਾਲ ਪਹਿਲਾਂ ਇਹ ਇੱਕ ਬਹੁਤ ਵੱਡਾ ਡੇਅਰਿੰਗ ਡਿਸੀਜਨ ਸੀ। कुछ समय बाद मनदीप अपने हस्बैंड दे नाल मोहाली आ गए, पर उन्होंने ये पक्का फैसला अपने मन दे विच कर लिया सी कि वो किसी भी हालत दे विच फौरन नहीं जाणगे। अपने मन दे विच एक तैया कीता होया सी कि अपनियां सारियां एफर्ट्स ते अपनियां सर्विसेज वो अपने पिंड नूं, वो अपने देश नूं, वो अपने लोकां नूं देणगे। उन्हां दे पति यूएस जाण दा फैसला करदे ने इस वादे नाल कि वो जल्दी ही वापस आ जाणगे। मनदीप इस चीज़ की उड़ीक कर रहे ने कि उन्हां दे हस्बैंड वापस आउणगे, पर जदों उन्हां दा करियर बाहर सैट होण लग गया तो सिंबा कार्ट जो उन्हां दे हस्बैंड दा आइडिया सी, फाइनली वो मनदीप दा बेबी बन गया। मनदीप ने सिंबा कार्ट नूं अर्शां ते पहुंचाउण दे लई अपनी जी जान ला दित्ती ते अज सिंबा कार्ट्स वाकई ही उस उचाई ते है जिस दा कदे उन्हां दोनों ने मिल के सुपना वेख्या सी। मेरा ਇਹ ਮੰਨਣਾ ਹੈ ਕਿ ਤੁਸੀਂ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ, ਇਸ ਤੋਂ ਜ਼ਿਆਦਾ ਜ਼ਰੂਰੀ ਹੈ ਇਹ ਜਾਣਨਾ ਕਿ ਤੁਸੀਂ ਕਿਉਂ ਕਰਨਾ ਹੈ। what to do and how to do is not that important, ਜ਼ਿਆਦਾ ਜ਼ਰੂਰੀ ਹੈ ਕਿ why to do। ਸੋ ਮੇਰੀ ਜ਼ਿੰਦਗੀ ਦੇ ਵਿੱਚ why ਜਿਹੜਾ ਉਹ ਬਹੁਤ ਕਲੀਅਰ ਆ। ਮੇਰੀ ਕੰਪਨੀ ਸਿੰਬਾ ਕੁਆਰਟਸ ਜੋ ਕਿ ਇੱਕ IT ਸਰਵਿਸਿਜ਼ ਤੇ ਡਿਜੀਟਲ ਮਾਰਕੀਟਿੰਗ ਦੀ ਕੰਪਨੀ ਆ, ਇਹਦਾ ਜਿਹੜਾ ਵਿਜ਼ਨ ਆ ਉਹ ਆ ਚੇਂਜਿੰਗ ਲਾਈਵਸ। Simba Quartz, changing lives. ਸਿੰਬਾ ਕੁਆਰਟਸ ਚੇਂਜਿੰਗ ਲਾਈਵਸ। Simba Quartz, Simba Quartz, Simba Quartz, changing lives. ਟਾਂਗਰਾ ਬਿਜ਼ਨਸ ਮਾਡਲ ਜੋ ਕਿ ਇੱਕ ਬਹੁਤ ਹੀ ਪਪੂਲਰ ਬਿਜ਼ਨਸ ਮਾਡਲ ਰਿਹਾ ਹੈ। ਮੈਂ ਬਹੁਤ ਸਾਰੇ ਪੰਜਾਬ ਦੇ ਤੇ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਕਾਲਜਿਸ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ, ਇਹਦੇ ਤੇ ਲੈਕਚਰਸ ਕੀਤੇ ਕਿ ਬਿਜ਼ਨਸ ਮਾਡਲ ਇੱਕ ਅਸੀਂ ਯੂਨੀਕ ਬਿਜ਼ਨਸ ਮਾਡਲ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਕੋਈ ਕੰਪਨੀ ਜਿਹੜੀ ਆ IT ਸਰਵਿਸਿਜ਼ ਕੰਪਨੀ ਉਹਨੇ ਪੇਂਡੂ ਖੇਤਰ ਦੇ ਵਿੱਚ 100 ਤੋਂ ਉੱਪਰ ਦੀ ਜਿਹੜੀ ਆ ਉਹ ਟੀਮ ਬਣਾਈ ਹੈ। ਸੋ ਬਿਜ਼ਨਸ ਦੀਆਂ ਅਲੱਗ-ਅਲੱਗ ਸਰਵਿਸਿਜ਼ ਨੇ, ਇਹਦੇ ਵਿੱਚ ਡਿਜੀਟਲ ਮਾਰਕੀਟਿੰਗ ਸਰਵਿਸਿਜ਼ ਨੇ, ਈ-ਕਾਮਰਸ ਵੈਬਸਾਈਟਸ ਅਸੀਂ ਬਣਾਉਂਦੇ ਹਾਂ, ਅਸੀਂ ਸੌਫਟਵੇਅਰ ਡਿਵੈਲਪਮੈਂਟ ਜੋ ਕਿ ਇੱਕ ਸ਼ਹਿਰੀ ਇਲਾਕੇ ਦੇ ਵਿੱਚ ਵੀ ਕੰਮ ਕਰਨਾ ਜਿਹੜਾ ਸੌਫਟਵੇਅਰ ਡਿਵੈਲਪਮੈਂਟ ਦਾ ਟਫ ਮੰਨਿਆ ਜਾਂਦਾ ਹੈ, ਉਹ ਅਸੀਂ ਪਿੰਡ ਦੇ ਵਿੱਚ ਜਿਹੜਾ ਅਸੀਂ ਕਰ ਰਹੇ ਹਾਂ। ਅਸੀਂ ਆਪਣੀ ਹੀ ਕਮਿਊਨਿਟੀ ਜਾਂ ਫਿਰ ਇੰਡੀਆ ਤੋਂ ਬਾਹਰ ਰਹਿ ਰਹੇ ਲੋਕਾਂ ਨੂੰ ਉਹਨਾਂ ਦੇ ਬਿਜ਼ਨਸ ਵਿੱਚ ਹੈਲਪ ਕਰਦੇ ਹਾਂ, ਉਹਨਾਂ ਦਾ ਸੌਫਟਵੇਅਰ ਤਿਆਰ ਕਰਨ 'ਚ, ਉਹਨਾਂ ਦੀ ਵੈਬਸਾਈਟ ਬਣਾਉਣ 'ਚ ਜਾਂ ਡਿਜੀਟਲ ਮਾਰਕੀਟਿੰਗ ਸਰਵਿਸਿਜ਼। 2015 ਵਿੱਚ ਸਿੰਬਾ ਕਾਰਟਸ ਕੰਪਨੀ ਨੂੰ ਬੁਰੀ ਤਰ੍ਹਾਂ ਘਾਟਾ ਪੈ ਗਿਆ। ਹਰੇਕ ਨੇ ਮਨਦੀਪ ਤੋਂ ਮੂੰਹ ਮੋੜ ਲਿਆ, ਇਵਨ ਕਿ ਉਹਨਾਂ ਦੇ ਹਸਬੈਂਡ ਵੀ ਉਹਨਾਂ ਨੂੰ ਕਹਿਣ ਲੱਗੇ ਕਿ ਤੈਨੂੰ ਇਹ ਛੱਡ ਦੇਣਾ ਚਾਹੀਦਾ ਹੈ। ਹਰ ਇੱਕ ਇਨਸਾਨ ਇਹ ਕਹਿਣ ਲੱਗਾ ਕਿ ਤੈਨੂੰ ਇਹ ਛੱਡ ਕੇ ਕੁਝ ਹੋਰ ਆਪਣੇ ਵਾਸਤੇ ਸੋਚ ਲੈਣਾ ਚਾਹੀਦਾ ਹੈ, ਕਿਉਂਕਿ ਬਿਜ਼ਨਸ ਕਦੇ ਵੀ ਔਰਤਾਂ ਦਾ ਕਰਨ ਦਾ ਹੈ ਹੀ ਨਹੀਂ ਸੀ। ਪਰ ਮਨਦੀਪ ਤਾਂ ਜਜ਼ਬੇ ਨਾਲ ਭਰੀ ਹੋਈ ਸੀ, ਆਲਵੇਜ਼ ਫੁੱਲ ਆਫ ਕੈਲੀਬਰ, ਆਲਵੇਜ਼ ਪੈਸ਼ਨੇਟ। ਉਹ ਤਾਂ ਕਦੇ ਵੀ ਜ਼ੀਰੋ ਤੋਂ ਸਟਾਰਟ ਕਰ ਸਕਦੀ ਸੀ ਤੇ ਇਸ ਹੀ ਤਰ੍ਹਾਂ ਉਸਨੇ ਕੀਤਾ ਵੀ। ਉਸਨੇ ਦੁਬਾਰਾ ਟਾਂਗਰਾ ਆਉਣ ਦਾ ਫੈਸਲਾ ਕੀਤਾ। ਸਫਲਤਾ ਦਾ ਰਾਜ਼ ਜਿਹੜਾ ਹੈ ਉਹ ਇਮਾਨਦਾਰੀ ਵੀ ਬਣ ਜਾਂਦਾ ਹੈ। ਜੇ ਤੁਸੀਂ ਇਮਾਨਦਾਰ ਹੋ, ਖਾਸ ਕਰਕੇ ਜੇ ਤੁਸੀਂ ਇੱਕ ਔਰਤ ਹੋ, ਤੇ ਮੈਨੂੰ ਲੱਗਦਾ ਹੈ ਕਿ ਇਮਾਨਦਾਰੀ ਹੀ ਤੁਹਾਡਾ ਇੱਕ ਮੇਜਰ ਹਥਿਆਰ ਆ ਕਿ ਜਿਹਦੇ ਨਾਲ ਤੁਸੀਂ ਜਿਹੜੀ ਆ ਇਹ ਜੰਗ ਲੜ ਸਕਦੇ ਹੋ, ਜਿਹਦੇ ਵਿੱਚ ਤੁਸੀਂ ਆਪਣੀ ਪਹਿਚਾਣ ਬਣਾਉਣਾ ਚਾਹੁੰਦੇ ਹੋ। ਬਹੁਤ ਹੀ ਇਹ ਚੀਜ਼ ਸਾਨੂੰ ਇਨਕਰੇਜ ਕਰਦੀ ਆ, ਬਹੁਤ ਜ਼ਿਆਦਾ ਸਾਡੇ ਵਿੱਚ ਕਰੇਜ ਪੈਦਾ ਕਰਦੀ ਆ, ਸਾਡੇ 'ਚ ਜੋਸ਼ ਪੈਦਾ ਕਰਦੀ ਆ, ਮਿਹਨਤ ਕਰਨ ਦਾ ਜਜ਼ਬਾ ਪੈਦਾ ਕਰਦੀ ਆ ਜਦੋਂ ਅਸੀਂ ਆਪਣੇ ਕਾਰੋਬਾਰ ਨੂੰ ਬਿਲਕੁਲ ਇੱਕ ਓਨੈਸਟ ਤਰੀਕੇ ਨਾਲ ਰਨ ਕਰਦੇ ਆ ਤੇ ਇੱਕ ਓਨੈਸਟ ਇੱਕ ਕਿਰਤ ਕਮਾਈ ਜੋ ਕਿ ਅਸੀਂ ਸਾਡਾ ਜਿਹੜਾ ਧਰਮ ਵੀ ਸਾਨੂੰ ਇਹੀ ਕਹਿੰਦਾ ਕਿ ਕਿਰਤ ਕਰੋ। ਸੋ ਕਿਰਤ ਕਮਾਈ ਨੂੰ ਜਦੋਂ ਅਸੀਂ ਅਪਣਾਉਂਦੇ ਆ ਤੇ ਸਾਨੂੰ ਜਿਹੜਾ ਸਾਡੀ ਜ਼ਿੰਦਗੀ ਜਿਹੜੀ ਹੋਰ ਸੌਖੀ ਹੋ ਜਾਂਦੀ ਹੈ, ਅਸੀਂ ਹੋਰ ਰਿਲੈਕਸ ਹੋ ਜਾਂਦੇ ਹਾਂ, ਹੋਰ ਕ੍ਰੀਏਟਿਵ ਹੋ ਜਾਂਦੇ, ਹੋਰ ਵੱਧ ਜਿਹੜਾ ਅਸੀਂ ਸੋਚ ਸਕਦੇ ਹਾਂ।
ਜਿਵੇਂ ਕਿ ਮੈਂ ਆਪਣੀ ਐਗਜ਼ਾਮਪਲ ਲਵਾਂ ਕਿ ਮੈਂ ਲੱਖਾਂ ਰੁਪਏ ਦੇ ਵਿੱਚ ਟੈਕਸ ਪੇ ਕਰਨ ਲੱਗਿਆ ਵੀ ਕਦੀ ਸੋਚਿਆ ਨਹੀਂ। ਇੱਕ ਟਾਈਮ ਇੱਦਾਂ ਵੀ ਰਿਹਾ ਕਿ ਮੋਰ ਦੈਨ 20 ਲੱਖ ਜਿਹੜਾ ਉਹ ਟੈਕਸ ਮੈਂ ਪੇ ਕਰਦੀ ਰਹੀ। ਸੋ ਇਹਦਾ ਮਕਸਦ ਇਹੀ ਆ ਕਿ ਸਾਡੇ ਦੇ ਵਿੱਚ ਜਿਹੜਾ ਉਹ ਕੌਨਫੀਡੈਂਸ ਆਵੇ, ਉਹ ਜੋਸ਼ ਆਵੇ ਕਿ ਅਸੀਂ ਇੱਕ ਕਲੀਨ ਬਿਜ਼ਨਸ ਕਰ ਸਕਦੇ ਹਾਂ। ਅਤੇ ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਇਮਾਨਦਾਰ ਹੁੰਦੇ ਹੋ, ਤੁਸੀਂ ਅੱਛੇ ਹੁੰਦੇ ਹੋ, ਤੁਸੀਂ ਚੰਗਾ ਰਾਹ ਚੁਣ ਲੈਂਦੇ ਹੋ, ਜਾਂ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਚੰਗੇ ਇਨਸਾਨ ਮਿਲਣੇ ਸ਼ੁਰੂ ਹੋ ਜਾਂਦੇ ਨੇ, ਜਿਵੇਂ ਦੇ ਤੁਸੀਂ ਹੋ ਉੱਦਾਂ ਦੇ ਲੋਕ ਤੁਸੀਂ ਅਟਰੈਕਟ ਕਰਦੇ ਹੋ, ਜਾਂ ਫਿਰ ਤੁਸੀਂ ਹਰ ਇਨਸਾਨ ਦੇ ਵਿੱਚੋਂ ਜਿਹੜੀ ਆ ਆਪਣੀ ਜੋਗੀ ਚੰਗਿਆਈ ਤੁਸੀਂ ਕੱਢ ਲੈਂਦੇ ਹੋ ਕਿ ਤੁਹਾਨੂੰ ਸਾਰਾ ਹੀ ਜਿਹੜਾ ਜੱਗ ਆ, ਹਰ ਕੋਈ ਤੁਹਾਨੂੰ ਜਿਹੜਾ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਤੁਹਾਡਾ ਬਹੁਤ ਸਤਿਕਾਰ ਕਰਦਾ ਹੈ। ਸੋ ਮੈਂ ਪੰਜਾਬ ਦੀ ਬੜੀ ਰਿਣੀ ਹਾਂ, ਪੰਜਾਬੀਆਂ ਦੀ ਬੜੀ ਰਿਣੀ ਹਾਂ, ਉਹਨਾਂ ਸਾਰੀਆਂ ਫੈਮਲੀਜ਼ ਦੀ ਬੜੀ ਰਿਣੀ ਹਾਂ ਕਿ ਜਿਹੜੇ ਮੈਨੂੰ ਫੋਲੋ ਕਰਦੇ ਨੇ, ਅਤੇ ਅਕਸਰ ਮੇਰੀ ਉਹਨਾਂ ਨਾਲ ਸੋਸ਼ਲ ਮੀਡੀਆ 'ਤੇ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਮੈਨੂੰ ਹਮੇਸ਼ਾ ਇਨਕਰੇਜ ਕਰਦੇ ਨੇ। ਅਤੇ ਮੇਰੀ ਇਸ ਓਨੈਸਟ ਜਰਨੀ ਨੂੰ ਜਿਨ੍ਹਾਂ ਨੇ ਹੁੰਗਾਰਾ ਦਿੱਤਾ, ਜਿਨ੍ਹਾਂ ਨੇ ਹੋਰ ਜ਼ਿਆਦਾ ਮੈਨੂੰ ਇਨਕਰੇਜ ਕੀਤਾ, ਉਹਨਾਂ ਸਾਰਿਆਂ ਦੀ ਮੈਂ ਬੜੀ ਹਮੇਸ਼ਾ ਹੀ ਜ਼ਿੰਦਗੀ ਪਰ ਥੈਂਕਫੁਲ ਹਾਂ। सिम्बा कार्ड्स एक इकलौती कंपनी है जिसने कोविड दौरान भी कैनेडा यूएस से बैठे लोगों ਨੂੰ ਕੰਮ ਦਿੱਤਾ। ਜੇਕਰ ਜਜ਼ਬਾ ਹੋਵੇ ਤਾਂ ਕੀ ਨਹੀਂ ਹੋ ਸਕਦਾ। ਕੋਵਿਡ ਦਾ ਮਾੜਾ ਦੌਰ ਅਸੀਂ ਤੁਸੀਂ ਯਾਨੀ ਕਿ ਆਪਾਂ ਸਾਰਿਆਂ ਨੇ ਦੇਖਿਆ ਹੈ। ਇਸ ਦੌਰ ਦੀਆਂ ਤੰਗੀਆਂ ਤੁਸ਼ਤੀਆਂ ਸ਼ਾਇਦ ਅਸੀਂ ਇਹਨਾਂ ਦੇ ਕਿੱਸੇ ਆਪਣੇ ਬੱਚਿਆਂ ਨੂੰ ਵੀ ਸੁਣਾਇਆ ਕਰਾਂਗੇ। ਇਹ ਦੌਰ ਬਹੁਤ ਬੁਰਾ ਮਨਦੀਪ ਹੋਰਾਂ ਵਾਸਤੇ ਵੀ ਰਿਹਾ। ਕੰਪਨੀ ਦੇ EMPLOYEES ਬਹੁਤ ਔਖੇ ਹੋ ਗਏ ਸਨ, ਪਰ ਮਨਦੀਪ ਕਹਿੰਦੀ ਹੈ ਕਿ ਉਹ ਇੱਕ ਬਿਜ਼ਨਸ ਲੀਡਰ ਨਹੀਂ ਹੈ। I am an emotional leader। ਤੇ ਵਾਕਈ ਹੀ ਉਹ ਇਸੇ ਤਰ੍ਹਾਂ ਦੀ ਹੈ। ਉਸਨੇ ਸਿਰਫ ਔਰ ਸਿਰਫ ਆਪਣੀ ਕੰਪਨੀ ਦੇ EMPLOYEES ਨੂੰ ਸੈਲਰੀਜ਼ ਦੇਣ ਵਾਸਤੇ 1 ਕਰੋੜ ਤੱਕ ਦਾ ਲੋਨ ਲਿਆ, ਔਰ ਬੇਸ਼ੱਕ ਇਸ ਕੰਮ ਕਰਕੇ ਕੰਪਨੀ ਉੱਤੇ ਕਾਫੀ ਭਾਰ ਹੋ ਗਿਆ ਔਰ ਕੰਪਨੀ ਨੂੰ ਸਟੇਬਲ ਹੁੰਦਿਆਂ ਕਾਫੀ ਟਾਈਮ ਲੱਗ ਗਿਆ। ਪੁਰਾਣੇ EMPLOYEES ਇਸ ਚੀਜ਼ ਨੂੰ ਸਮਝਦੇ ਨੇ ਕਿ ਕੰਪਨੀ ਨੇ ਜਦੋਂ ਉਹ ਕੁਝ ਵੀ ਨਹੀਂ ਸਨ ਕਰ ਰਹੇ, ਉਹਨਾਂ ਦਾ ਕਿੰਨਾ ਸਾਥ ਦਿੱਤਾ ਸੀ। ਪਰ ਕਿਉਂਕਿ ਕਈ ਵਾਰੀ ਇੱਕ ਅੱਧਾ ਮਹੀਨਾ ਸੈਲਰੀਜ਼ ਲੇਟ ਹੋ ਜਾਂਦੀਆਂ ਤੇ ਨਵੇਂ EMPLOYEES ਫਰਸਟ੍ਰੇਟ ਹੋ ਜਾਂਦੇ ਨੇ। ਮਨਦੀਪ ਨੇ ਜਦੋਂ ਸਾਨੂੰ ਕਿਹਾ ਤਾਂ ਮੈਨੂੰ ਹੱਸੀ ਵੀ ਆਈ ਸੁਣ ਕੇ ਤੇ ਖੁਸ਼ੀ ਵੀ ਹੋਈ। ਉਹਨਾਂ ਕਿਹਾ ਕਿ ਮੈਂ ਆਪਣੇ ਨਾਰਾਜ਼ ਹੋ ਗਏ EMPLOYEES ਨੂੰ ਇੱਕ ਅਪੋਲੋਜੀ ਲੈਟਰ ਲਿਖਾਂਗੀ। ਮੈਨੂੰ ਦੁੱਖ ਹੁੰਦਾ ਹੈ ਕਿ ਮੇਰੇ ਕਰਕੇ ਇੱਕ ਮਹੀਨਾ ਉਹਨਾਂ ਦੀ ਸੈਲਰੀ ਲੇਟ ਗਈ। ਈਵਨ ਟਾਟਾ ਔਰ ਬਿਰਲਾ ਇਸ ਤਰ੍ਹਾਂ ਦੀਆਂ ਕੰਪਨੀਜ਼ ਵਿੱਚ ਵੀ ਮਨਦੀਪ ਕੌਰ ਤਾਂਗਰਾ ਵਰਗੀ ਕੰਪਨੀ ਦੀ ਪਾਲਿਸੀਜ਼ ਨਹੀਂ ਜੋ 5 ਸਾਲ ਹੋਣ 'ਤੇ ਆਪਣੇ EMPLOYEES ਨੂੰ ਹੈਲਥ ਇੰਸ਼ੋਰੈਂਸ ਦੇਣ, ਉਹ ਵੀ 10 ਲੱਖ ਤੱਕ ਦਾ, ਔਰ ਜਿਨ੍ਹਾਂ ਹੈਲਥ ਇੰਸ਼ੋਰੈਂਸਿਸ ਦੇ ਵਿੱਚ ਉਹ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਵੀ ਇਨਕਲੂਡ ਕਰਦੇ ਨੇ। ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰੀਏ ਤੇ ਅਕਸਰ ਹੀ ਮਾਈਗ੍ਰੇਸ਼ਨ ਨੂੰ ਹੀ ਅਸੀਂ ਜਾਣਿਆ ਹੈ ਕਿ ਲੋਕ ਪਿੰਡ ਤੋਂ ਸ਼ਹਿਰ ਜਾ ਰਹੇ ਨੇ ਤੇ ਸ਼ਹਿਰ ਤੋਂ ਦੇਸ਼ ਤੋਂ ਬਾਹਰ ਜਾ ਰਹੇ ਨੇ। ਹਮੇਸ਼ਾ ਮਾਈਗ੍ਰੇਸ਼ਨ ਦੀ ਗੱਲ ਜਿਹੜੀ ਸਾਡੇ ਦੇਸ਼ ਵਿੱਚ, ਸਾਡੇ ਪੰਜਾਬ ਵਿੱਚ ਤੇ ਸਪੈਸ਼ਲੀ ਹੁੰਦੀ ਹੈ। ਬਟ ਪਹਿਲੀ ਵਾਰ ਜਦੋਂ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ ਨੇ ਸਾਡੇ ਟਾਂਗਰਾ ਦੇ ਵਿੱਚ ਵਿਜ਼ਿਟ ਕੀਤਾ ਤੇ ਉਹਨਾਂ ਨੇ ਗੱਲ ਕੀਤੀ ਰਿਵਰਸ ਮਾਈਗ੍ਰੇਸ਼ਨ ਦੀ, ਜੋ ਕਿ ਅਸੀਂ ਬਹੁਤ ਦੇਰ ਤੋਂ ਕਰ ਰਹੇ ਸੀ। ਉਹਨਾਂ ਤੋਂ ਹੀ ਪ੍ਰੇਰਨਾ ਲੈ ਕੇ ਮੈਂ ਇਸ ਕਨਸੈਪਟ ਤੇ ਹੋਰ ਅੱਛਾ ਕੰਮ ਕੀਤਾ। ਕੰਮ ਅਸੀਂ ਆਲਰੇਡੀ ਇਸ ਤੇ ਕਰ ਰਹੇ ਸੀ, ਪਰ ਉਹਨੂੰ ਲੋਕਾਂ ਨੂੰ ਸਮਝਾਉਣਾ ਜਿਹੜਾ ਉਹ ਅਸੀਂ ਕੋਸ਼ਿਸ਼ ਕੀਤੀ ਕਿ ਕਿਵੇਂ ਅਸੀਂ ਜਿਹੜੇ ਲੋਕ ਆਪਣੀ ਬੀਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ BCA MCA ਕਰਨ ਤੋਂ ਬਾਅਦ ਸੋਚ ਰਹੇ ਨੇ ਕਿ ਉਹ ਬੈਂਗਲੌਰ ਦੇ ਵਿੱਚ, ਦਿੱਲੀ ਦੇ ਵਿੱਚ, ਗੁੜਗਾਉਂ ਦੇ ਵਿੱਚ, ਚੇਨਈ ਦੇ ਵਿੱਚ ਜਾਂ ਫਿਰ ਕੈਨੇਡਾ, ਅਮਰੀਕਾ ਜਾ ਕੇ ਕੋਡਿੰਗ ਕਰਨਾ ਚਾਹੁੰਦੇ ਨੇ, ਉਹੀ ਚੀਜ਼ ਜਿਹੜੀ ਆ ਅਸੀਂ ਟਾਂਗਰਾ ਦੇ ਵਿੱਚ ਵੀ ਕਰ ਸਕਦੇ ਹਾਂ, ਪਲੱਸ ਕਰ ਰਹੇ ਹਾਂ। ਅਤੇ ਉਹ ਲੋਕ ਜਿਹੜੇ ਆ ਵਾਪਸ ਆਪਣੇ ਪਿੰਡਾਂ ਦੇ ਵਿੱਚ ਆ ਕੇ ਜਿਹੜਾ ਅੱਛੀ ਨੌਕਰੀ ਜਿਹੜੀ ਆ ਉਹ ਕਰ ਸਕਦੇ ਨੇ, ਰਾਦਰ ਦੈਨ ਕਿ ਅਸੀਂ ਬਾਹਰ ਜਾ ਕੇ ਹਰ ਮਹੀਨੇ ਆਪਣੇ ਪੇਰੈਂਟਸ ਨੂੰ 50,000 1 ਲੱਖ ਰੁਪਏ ਭੇਜ ਰਹੇ ਹਾਂ। ਕਿਉਂ ਨਾ ਅਸੀਂ ਸਾਰੇ ਹੀ ਰਿਸੋਰਸਿਸ ਆਪਣੇ ਪਿੰਡਾਂ ਦੇ ਯੂਜ਼ ਕਰਦੇ ਹੋਏ ਆਪਣਾ ਘਰ, ਆਪਣੇ ਪਿੰਡ ਦੀਆਂ ਦੁਕਾਨਾਂ, ਆਪਣੇ ਪਿੰਡ ਵਿੱਚ ਹੀ ਆਪਣੀ ਇਨਕਮ ਜਿਹੜੀ ਉਹ ਸਪੈਂਡ ਕਰੀਏ। ਮੈਨੂੰ ਬਹੁਤ ਖੁਸ਼ੀ ਆ ਕਿ ਮੇਰਾ ਰਿਵਰਸ ਮਾਈਗ੍ਰੇਸ਼ਨ ਦਾ ਕਨਸੈਪਟ ਤੇ ਮੇਰਾ ਟਾਂਗਰਾ ਬਿਜ਼ਨਸ ਮਾਡਲ ਜਿਹੜਾ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਟਵੀਟ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਕਿਹਾ ਕਿ ਸਾਰੇ ਭਾਰਤ ਨੂੰ ਹੀ ਮਿਲ ਜੁਲ ਕੇ ਐਸੇ ਕਨਸੈਪਟਸ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਇਹ ਇੱਕ ਰਿਵਰਸ ਮਾਈਗ੍ਰੇਸ਼ਨ ਦੀ ਬਹੁਤ ਅੱਛੀ ਉਦਾਹਰਣ ਆ। ਮੈਨੂੰ ਮੌਕਾ ਮਿਲਿਆ ਪ੍ਰਾਈਮ ਮਿਨਿਸਟਰ ਰੈਜ਼ੀਡੈਂਸ 'ਚ ਜਾਣ ਦਾ, ਉੱਥੇ ਵੀ ਆਪਣੀ ਗੱਲ ਰੱਖਣ ਦਾ, ਆਪਣੇ ਬਿਜ਼ਨਸ ਬਾਰੇ ਗੱਲ ਕਰਨ ਦਾ, ਅਤੇ ਉੱਥੇ ਇੱਕ ਸਪੈਸ਼ਲ ਕਾਰਪੋਰੇਟ ਸਿੱਖ ਡੈਲੀਗੇਟ ਵਜੋਂ ਜਿਹੜਾ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ, ਰੈਕੋਗਨੀਸ਼ਨ ਮਿਲੀ। ਅਤੇ ਮੈਨੂੰ ਲੱਗਦਾ ਹੈ ਕਿ ਇੱਕ ਰਿਵਰਸ ਮਾਈਗ੍ਰੇਸ਼ਨ ਹੀ
ਐਸਾ ਕਨਸੈਪਟ ਆ ਜਿਹਦੇ ਵਿੱਚ ਵਾਈਟ ਕਾਲਰ ਜੌਬਸ ਵੀ ਜਨਰੇਟ ਕੀਤੀਆਂ ਜਾ ਸਕਦੀਆਂ ਤੇ ਵੱਖ-ਵੱਖ ਕੰਪਨੀਆਂ ਨੂੰ ਇਹਦੇ ਤੇ ਮਿਹਨਤ ਕਰਨੀ ਚਾਹੀਦੀ ਹੈ ਕਿ ਰਾਦਰ ਦੈਨ ਅਸੀਂ ਸਿਟੀ ਦੇ ਰਿਸੋਰਸਿਸ ਨੂੰ ਹੋਰ ਵਧਾਈਏ, ਸਿਟੀ 'ਚ ਭੀੜ ਭੜੱਕਾ ਕਰੀਏ, ਉੱਥੋਂ ਦਾ ਪੋਲਿਊਸ਼ਨ ਆਪਣੀ ਹੈਲਥ ਤੇ ਇਫੈਕਟ ਕਰੇ, ਕਿਉਂ ਨਾ ਅਸੀਂ ਪੰਜਾਬ ਦੇ ਜਾਂ ਆਪਣੇ ਦੇਸ਼ ਦੇ ਸਾਫ਼ ਸੁਥਰੇ ਪਿੰਡਾਂ ਦੇ ਵਿੱਚ ਰਹੀਏ ਤੇ ਕੰਪਨੀਆਂ ਕੋਲ ਜਾਣ ਦੀ ਬਜਾਏ ਅਸੀਂ ਕੰਪਨੀਆਂ ਨੂੰ ਹੀ ਆਪਣੇ ਪਿੰਡਾਂ ਤੱਕ ਲੈ ਆਈਏ। ਮੈਂ ਪੈਰਾਂ ਦੀਆਂ ਜੰਜ਼ੀਰਾਂ ਤੋੜ ਅੱਜ ਮੁੜ ਤੋਂ ਸ਼ੁਰੂ ਹਾਂ। ਮੇਰੇ ਸਫ਼ਰ ਵਿੱਚ ਤੂੰ ਨਹੀਂ ਤੇ ਤੇਰੇ ਸਫ਼ਰ ਵਿੱਚ ਮੈਂ ਨਹੀਂ। ਤੇਰਾ ਆਪਣਾ ਆਕਾਸ਼ ਤੇ ਮੈਂ ਮੁੜ ਤੋਂ ਫੁੱਟ ਰਹੀ ਹਾਂ। ਤੇਰੇ ਲਾਏ ਬਾਗ ਦਾ ਮੈਂ ਫੁੱਲ ਨਹੀਂ, ਮੇਰੇ ਬਾਪ ਨੇ ਭਖਦੇ ਚੱਟਾਨ ਤੇ ਉਗਾਇਆ ਹੈ ਮੈਨੂੰ। ਕੰਡਿਆਂ 'ਚ ਖਿੜਿਆ ਗੁਲਾਬ ਨਹੀਂ ਹਾਂ ਮੈਂ, ਕੈਕਟਸ ਦੀ ਨੋਕ ਤੇ ਖਿੜੀ ਕਲੀ ਹਾਂ।